हेलो डियर स्टूडेंट्स, ਵੈਲਕਮ ਟੂ ਮਾਈ YouTube ਚੈਨਲ ਜਿੰਦਲ ਕੈਮਿਸਟਰੀ ਕਲਾਸਿਸ। ਅੱਜ ਦੇ ਸੈਸ਼ਨ ਦੇ ਵਿੱਚ ਜੋ ਮੈਂ ਆਪਣੇ ਟੈਲੀਗ੍ਰਾਮ ਚੈਨਲ ਦੇ ਉੱਪਰ ਕੁਐਸਚਨ ਡਿਸਕਸ ਆਪਾਂ ਪ੍ਰੈਕਟਿਸ ਲਈ ਪਾਏ ਹੋਏ ਸੀਗੇ ਤੁਹਾਡਾ ਇਫੈਕਟਿਵ ਐਟੋਮਿਕ ਨੰਬਰ ਦੇ ਉੱਪਰ, ਉਹਨਾਂ ਦਾ ਆਪਾਂ ਸੋਲੂਸ਼ਨ ਵੀਡੀਓ ਡਿਸਕਸ ਕਰਾਂਗੇ। ਤਾਂ ਆਪਣਾ ਆਲਰੇਡੀ ਇੱਕ ਨਵਾਂ ਬੈਚ ਚੱਲ ਰਿਹਾ ਹੈ ਮਾਸਟਰ ਕੈਡਟ ਤੇ ਲੈਕਚਰਰ ਕੈਡਟ ਕੈਮਿਸਟਰੀ ਦੇ ਲਈ। ਜੋ ਵੀ ਬੱਚੇ ਇੰਟਰਸਟਡ ਨੇ, ਜੁਆਇਨ ਕਰਨਾ ਚਾਹੁੰਦੇ ਨੇ ਤਾਂ ਬੈਚ ਨੂੰ ਜੁਆਇਨ ਕਰ ਸਕਦੇ ਹੋ। ਠੀਕ ਹੈ, ਮੇਰੇ ਇਸ ਗਿਵਨ ਨੰਬਰ ਦੇ ਉੱਪਰ ਹੈ ਨਾ, ਤੁਸੀਂ ਮੈਨੂੰ WhatsApp ਕਰ ਸਕਦੇ ਹੋ। ਜੋ ਵੀ ਡਿਟੇਲ ਪੁੱਛਣਾ ਚਾਹੁੰਦੇ ਹੋ ਤਾਂ ਡਿਟੇਲ ਤੁਹਾਨੂੰ ਇਸ ਚੀਜ਼ ਦੀ ਮਿਲ ਜਾਏਗੀ, ਤਾਂ ਜੁਆਇਨ ਕਰ ਸਕਦੇ ਹੋ। ਇਹ ਮੇਰੇ ਟੈਲੀਗ੍ਰਾਮ ਚੈਨਲ ਦਾ ਲਿੰਕ ਹੈ, ਦੈਟ ਇਜ਼ ਜਿੰਦਲ ਕੈਮਿਸਟਰੀ ਕਲਾਸਿਸ। ਔਰ ਇਸ ਦਾ ਜੋ ਸੋਲੂਸ਼ਨ ਵੀ ਜੋ ਤੁਹਾਡੇ ਕੋਲ PDF ਹੈ ਉਹ ਵੀ ਮੇਰੇ ਟੈਲੀਗ੍ਰਾਮ ਚੈਨਲ ਦੇ ਵਿੱਚ ਹੀ ਮਿਲ ਜਾਏਗੀ। ਇਹ ਮੇਰੇ YouTube ਚੈਨਲ ਦਾ ਲਿੰਕ ਹੈ। ਦਿਸ ਇਜ਼ ਦਾ ਲਿੰਕ ਆਫ ਮਾਈ ਟੈਲੀਗ੍ਰਾਮ ਚੈਨਲ। ਔਰ ਇਹ WhatsApp ਗਰੁੱਪ ਦਾ ਲਿੰਕ ਹੈ। ਅਗਰ ਤੁਸੀਂ ਜੁਆਇਨ ਹੋਣਾ ਚਾਹੁੰਦੇ ਹੋ, ਅਪਡੇਟਸ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਇੱਥੇ ਜੁਆਇਨ ਹੋ ਸਕਦੇ ਹੋ। ठीक है, देखो क्वेश्चन जो पहला है थोड़े इफेक्टिव एटॉमिक नंबर के ऊपर। पहला क्वेश्चन की है कि जो इफेक्टिव एटॉमिक नंबर है वो किस द्वारा थोड़ा प्रपोज किया गया सी, थोड़ा पता होना चाहिए है। सो दैट इज प्रपोज्ड बाय योर सिडविक। ये चीज देखो ये कुछ रट्टा नहीं है, ध्यान च रखने वाली गल है। जिन्हों पता है वह दस सकता है। तो बेसिकली जो थोड़े को इफेक्टिव एटॉमिक नंबर रूल से ना वो कद लिए डिफाइन किया जाता है, ये अपनी कंपलैक्स की स्टेबिलिटी डिफाइन करने के लिए आप यूज करते हैं। ठीक है, ਇਹਦੇ ਵਿੱਚ ਕੀ ਹੁੰਦਾ ਹੈ ਕਿ ਅਗਰ ਥੋੜਾ ਜੋ ਆਪਣੇ ਕੋਲ ਕੰਪਲੈਕਸ ਹੈ ਉਹ ਤੁਹਾਡੇ ਨੀਅਰ ਬਾਈ ਨੋਬਲ ਗੈਸ ਕਨਫੀਗਰੇਸ਼ਨ ਨੂੰ ਅਗਰ ਅਚੀਵ ਕਰਦਾ ਹੈ ਤਾਂ ਇਹ ਚੀਜ਼ ਕੰਸੀਡਰ ਕੀਤੀ ਜਾਂਦੀ ਹੈ ਕਿ ਉਹ ਜੋ ਕੰਪਲੈਕਸ ਹੈ ਉਹ ਜ਼ਿਆਦਾ ਸਟੇਬਲ ਹੁੰਦਾ ਹੈ। ਹਾਲਾਂਕਿ ਕੋਈ ਜ਼ਰੂਰੀ ਨਹੀਂ ਹੈ, ਕਾਫੀ ਸਾਰੀਆਂ ਐਕਸੈਪਸ਼ਨਸ ਅਵੇਲੇਬਲ ਨੇ, ਬਟ ਇੱਕ ਕੁਐਸਚਨ ਨਾ ਲੈਕਚਰਰ ਦੇ ਵਿੱਚ, ਪੇਪਰ ਦੇ ਵਿੱਚ ਜਾਂ ਮਾਸਟਰ ਕੈਡਟ ਦੇ ਵਿੱਚ ਇੱਕ ਕੁਐਸਚਨ ਤੁਹਾਡਾ ਨਾ EAN ਰੂਲ ਤੋਂ, ਇਫੈਕਟਿਵ ਐਟੋਮਿਕ ਨੰਬਰ ਰੂਲ ਤੋਂ ਆ ਸਕਦਾ ਹੈ। ਤਾਂ ਇਸ ਦਾ ਜੋ ਪੋਸਟਰ ਹੈ, ਸਾਰਾ ਥਿਊਰੀ ਪਾਰਟ ਮੈਂ ਆਲਰੇਡੀ ਆਪਣੇ ਟੈਲੀਗ੍ਰਾਮ ਚੈਨਲ 'ਚ ਸ਼ੇਅਰ ਕੀਤਾ ਹੋਇਆ ਹੈ। ਨਾਲ ਨਾਲ ਕੁਐਸਚਨ ਪ੍ਰੈਕਟਿਸ ਕਰਵਾ ਰਿਹਾ ਹਾਂ ਸੋ ਦੈਟ ਕਿ ਤੁਹਾਨੂੰ ਨਾਲ ਨਾਲ ਕਨਸੈਪਟ ਦੇ ਨਾਲ ਚੀਜ਼ਾਂ ਵੀ ਕਲੀਅਰ ਹੋ ਸਕਣ, ਹੈ ਨਾ। ਅਕੋਰਡਿੰਗ ਟੂ EAN ਰੂਲ ਕਹਿੰਦੇ ਇੱਕ ਸਟੇਬਲ ਕੰਪਲੈਕਸ ਹੈ ਜਨਰਲੀ ਅਟੇਨਸ ਦਾ ਇਲੈਕਟ੍ਰਿਕ ਕਨਫੀਗਰੇਸ਼ਨ ऑफ ਨੀਅਰੈਸਟ टू। तो मैं जिदा कि दसिया ऑलवेज अपने को कोई भी एलीमेंट है तो कोशिश करता है कि इलैक्ट्रॉनिक कॉन्फिगरेशन किस चीज़ की अचीव करे, थोड़े नोबल गैस की कॉन्फिगरेशन अचीव करने की कोशिश करता है। जिमें कि थोड़ा हीलियम हो गया, थोड़ा नियॉन हो गया, है ना, थोड़ा आर्गन हो गया, थोड़ा क्रिप्टन हो गया, थोड़ा जैनन हो गया, है ना। तो इन्ना कॉन्फिगरेशन अटेन करने की कोशिश करता है विद एटॉमिक नंबर। देखो इधर 2 है, 10 है, थोड़ा 18 है ना, थोड़ा 36 है, थोड़ा 54 है। तो इसनों एटॉमिक नंबर ਨੂੰ ਅਟੇਨ ਕਰਨ ਚ ਕੀ ਕਰਦਾ ਹੈ, ਤੁਹਾਡਾ ਹੈਲਪ ਆਊਟ ਕਰਦਾ। ਤਾਂ ਇਹ ਚੀਜ਼ਾਂ ਬਾਰੇ ਤੁਹਾਨੂੰ ਨਾ ਪਤਾ ਹੋਣਾ ਜ਼ਰੂਰੀ ਹੈ। ਕਈ ਵਾਰ ਕੁਐਸਚਨ ਡਾਇਰੈਕਟਲੀ ਵੀ ਇਥੋਂ ਫਰੇਮ ਹੋ ਜਾਂਦੇ ਨੇ। ਨੈਕਸਟ ਕੁਐਸਚਨ ਧਿਆਨ ਨਾਲ ਦੇਖੋ। ਨੈਕਸਟ ਕੁਐਸਚਨ ਕੀ ਕਹਿ ਰਿਹਾ ਹੈ, ਕਹਿੰਦੇ ਦਾ EAN ਆਫ ਦੀ ਸੈਂਟਰਲ ਐਟਮ। ਤਾਂ ਦੇਖੋ ਤੁਸੀਂ ਇੱਕ ਚੀਜ਼ ਦਾ ਧਿਆਨ ਰੱਖਣਾ, ਜਦੋਂ ਵੀ ਤੁਸੀਂ EN ਰੂਲ ਨੂੰ ਕੈਲਕੂਲੇਟ ਕਰਨੇ ਦਾ ਕੀ ਰੱਖਣਾ ਹੈ, ਤਾਂ ਤੁਹਾਡੇ ਕੋਲ ਐਟੋਮਿਕ ਨੰਬਰ ਉਸ ਐਲੀਮੈਂਟ ਦਾ ਕਿੰਨਾ ਹੈ। ਸਭ ਤੋਂ ਪਹਿਲਾਂ ਐਟੋਮਿਕ ਨੰਬਰ ਮਾਈਨਸ ਉਸਦੀ ਆਕਸੀਡੇਸ਼ਨ ਸਟੇਟ ਕਿੰਨੀ ਹੈ। ਨਾਰਮਲੀ ਆਪਾਂ ਮੈਟਲ ਦੀ ਗੱਲ ਕਰਦੇ ਹਾਂ ਕੰਪਲੈਕਸ ਦੇ ਵਿੱਚ, ਤਾਂ ਆਕਸੀਡੇਸ਼ਨ ਜਿਹੜੀ ਸਟੇਟ ਹੁੰਦੀ ਹੈ ਮੈਟਲ ਦੀ ਪੋਜ਼ਿਟਿਵ ਹੀ ਆਉਂਦੀ ਹੈ। ਮਾਈਨਸ ਆਕਸੀਡੇਸ਼ਨ ਸਟੇਟ ਪਲੱਸ ਹਰ ਇੱਕ ਲਿਗੈਂਡ, ਨਾਰਮਲ ਕੇਸਿਸ ਦੇ ਵਿੱਚ ਹਰ ਇੱਕ ਲਿਗੈਂਡ ਨਾ 2 ਇਲੈਕਟ੍ਰੋਨ ਡੋਨੇਟ ਕਰਦਾ ਹੈ। ਤਾਂ ਨੰਬਰ ਆਫ ਲਿਗੈਂਡਸ ਕਿੰਨੇ ਨੇ, ਮਲਟੀਪਲਾਈਡ ਬਾਈ 2 ਤਾਂ ਇਹ ਉਹਦਾ ਜਨਰਲ ਫਾਰਮੂਲਾ ਹੁੰਦਾ ਹੈ ਰਾਜੇ ਆਪਣੇ ਕਿਸੇ ਵੀ एलीमेंट के इफेक्टिव एटॉमिक नंबर ਨੂੰ कैलकुलेट ਕਰਨ ਦੇ ਲਈ, है ना। तो ਇਹ ਦਾ ਫਾਰਮੂਲਾ ਹੈ। ਤਾਂ ਦੇਖੋ एटॉमिक नंबर आयरन ਦਾ ਕਿੰਨਾ ਹੁੰਦਾ ਹੈ 26। ਅਗਰ ਤੁਸੀਂ ਤੇ ਕੈਲਕੂਲੇਟ ਕਰੋ ਆਕਸੀਡੇਸ਼ਨ ਸਟੇਟ ਆਇਰਨ ਦੀ ਕਿੰਨੀ ਕੈਲਕੂਲੇਟ ਕਰਨ ਲਈ ਦੱਸ ਦਿੰਦੇ। ਆਇਰਨ ਦੇ ਲਈ x ਮੰਨ ਲਓ। हर एक साइनाइड लिगेंड है, हर एक साइनाइड के ऊपर चार्ज कितना होता है -1। तो 6 है तो 6 के ऊपर चार्ज कितना होगा -6। और ओवरऑल कंपलैक्स के ऊपर चार्ज कितना है थोड़े को -4। तो इत्थे थोड़े को अपने को जो थोड़े को सेंट्रल मैटल एटम है ਉਹਦੇ ऊपर चार्ज कितना आ गया है +2। तो सेंट्रल मैटल आयन ਤੇ ऑक्सीडेशन स्टेट ਨੂੰ ਕਿੰਨਾ ਕੈਲਕੂਲੇਟ ਕਰਨਾ ਮੈਂ ਨਾਲ ਉਹ ਵੀ ਦੱਸ ਦਿੱਤਾ ਹੈ। ਤਾਂ ਇੱਥੇ ਤੁਹਾਡੇ ਕੋਲੇ ਜੋ ऑक्सीडेशन स्टेट है मैटल ਦੀ दैट इज +2। ਤਾਂ -2 प्लस किन्ने लिगेंड ने टोटल 6 ਨੂੰ 12 2 ਨਾਲ ਮਲਟੀਪਲਾਈ ਕੀਤਾ ਕਿੰਨਾ ਬਣ ਗਿਆ 12। तो इन्हों सॉल्व करोगे तो आंसर कितना बनूगा थोड़े कोले 36। तो इस क्वेश्चन का आंसर क्या आ जाएगा थोड़े कोले बी ऑप्शन। नैक्सट अगेन देखो इतने जो थोड़े को निकल है वो ऑक्सीडेशन स्टेट कितनी है 0। तो इतने निकल की ऑक्सीडेशन स्टेट कितनी है 0 है। तो निकल थोड़े को 0 ऑक्सीडेशन स्टेट के प्रेजेंट है। निकल का एटॉमिक नंबर 28 है ना। ऑक्सीडेशन स्टेट कुछ भी नहीं है। और कार्बोनिल जो ग्रुप है दैट इज योर न्यूट्रल लिगेंड। कार्बोनिल जो है थोड़ा एक न्यूट्रल लिगेंड है जो कि कितने इलेक्ट्रॉन डोनेट करता है अगेन 2। तो 4 ने तो 4 कितने डोनेट करेंगे 8। आंसर कितना आ जाएगा 36। तो फोर्थ क्वेश्चन का आंसर बनेगा थोड़ा डी ऑप्शन।
ਨੈਕਸਟ ਹੈ ਕਹਿੰਦੇ ਵਿਚ ਆਫ ਦਾ ਫੋਲੋਇੰਗ ਕੰਪਲੈਕਸ ਓਬੇਜ਼ ਦਾ ਈਐਨ ਰੂਲ। ਤਾਂ ਸਾਰੇ ਕੰਪਲੈਕਸ ਦਾ ਆਪਾਂ ਕੈਲਕੂਲੇਟ ਕਰਦੇ ਹਾਂ। ਤਾਂ ਦੇਖੋ ਇੱਥੇ ਆਇਰਨ ਦਾ ਐਟੋਮਿਕ ਨੰਬਰ 26, ऑक्सीडेशन स्टेट 0 है और कार्बोनिल ग्रुप क्योंकि 2 इलेक्ट्रॉन डोनेट करते तो 5 कितने इलेक्ट्रॉन डोनेट करेंगे टोटल 10, तो कितना बन गया टोटल 36। नेक्स्ट कॉपर किस ऑक्सीडेशन स्टेट से +2 है क्योंकि अमोनिया थे लिगेंड जो है न्यूट्रल लिगेंड होता है। ਤਾਂ ਕੋਪਰ ਦੇ ਉੱਪਰ ਜੋ ਐਟੋਮਿਕ ਨੰਬਰ ਹੈ 29, ਤਾਂ ਕੋਪਰ ਦੀ ਆਕਸੀਡੇਸ਼ਨ ਸਟੇਟ ਕਿੰਨੀ ਇੱਥੇ 2 ਹੈ। 4 ਅਮੋਨੀਆ ਮਤਲਬ ਕਿੰਨੇ ਡੋਨੇਟ ਕਰਨਗੇ 8 ਡੋਨੇਟ ਕਰਨਗੇ। ਤਾਂ ਇਹਨੂੰ ਜਦੋਂ ਸੋਲਵ ਕਰੋਗੇ ਆਂਸਰ ਬਣੇਗਾ 35। ਨੈਕਸਟ ਜ਼ਿੰਕ ਦਾ ਐਟੋਮਿਕ ਨੰਬਰ 30, क्लोराइड के ऊपर चार्ज होंगे राजे -1, जो सॉल्व करोगे तो जिंक के ऊपर ऑक्सीडेशन स्टेट कितनी आ जाएगी +2, तो -2। और ਤੁਹਾਡੇ ਕੋਲ ਕਲੋਰੀਨ ਨੇ ਇੱਕ ਕਲੋਰੀਨ 2 ਇਲੈਕਟ੍ਰੋਨ ਡੋਨੇਟ ਕਰਨਗੇ ਤਾਂ 4 ਕਿੰਨੇ ਡੋਨੇਟ ਕਰਨਗੇ ਰਾਜੀ 8। ਤਾਂ ਇਹਨੂੰ ਸੋਲਵ ਕਰ ਲਓ ਅਗੇਨ ਇੱਥੇ ਕਿੰਨਾ ਆਨਸਰ ਬਣੇਗਾ 36। ਨੈਕਸਟ ਹੈ ਟਾਈਟੇਨੀਅਮ ਦਾ ਆਕਸੀਡੇਸ਼ਨ ਜੋ ਹੈ ਤੁਹਾਡੇ ਕੋਲ ਐਟੋਮਿਕ ਨੰਬਰ 22 ਹੈ ਰਾਜੀ। ਇੱਥੇ ਸੋਲਵ ਕਰੋਗੇ ਤਾਂ ਆਕਸੀਡੇਸ਼ਨ ਸਟੇਟ ਟਾਈਟੇਨੀਅਮ ਦੀ ਕਿੰਨੀ ਆ ਰਹੀ ਹੈ +4। ਤਾਂ +4 ਮਤਲਬ ਆਪਾਂ ਆਕਸੀਡੇਸ਼ਨ ਸਟੇਟ ਨੂੰ ਮਾਈਨਸ ਕਰਾਂਗੇ +6 ਕਲੋਰੋ ਗਰੁੱਪ ਨੇ ਤਾਂ 12 ਇਲੈਕਟ੍ਰੋਨ ਡੋਨੇਟ ਕਰ ਰਹੇ ਨੇ। ਇਹਨੂੰ ਸੋਲਵ ਕਰੋਗੇ ਤਾਂ ਇੱਥੇ ਆਨਸਰ ਕਿੰਨਾ ਬਣ ਰਿਹਾ 30। ਸੋ ਦੈਟ ਮੀਨਸ ਆਪਾਂ ਨੂੰ ਪੁੱਛਿਆ ਕਿੰਨੇ ਜਿਹੜੇ ਨੇ ਤੁਹਾਡੇ ਈਐਨ ਰੂਲ ਨੂੰ ਫੋਲੋ ਕਰ ਰਹੇ ਨੇ, ਤਾਂ ਇੱਥੇ ਆਨਸਰ ਕੀ ਬਣੂਗਾ ਏ ਆਪਸ਼ਨ ਤੇ ਸੀ ਆਪਸ਼ਨ। ਤਾਂ ਇਹਦੇ ਕੁਐਸਚਨ ਦਾ ਜੋ ਕਰੈਕਟ ਆਨਸਰ ਬਣੇਗਾ that will be your A option and C option। नेक्स्ट है द EAN ऑफ कोबाल्ट। देखो अगेन देखो ਹੁਣ ਕੋਬਾल्ट ਹੈ ਤਾਂ ਕੋਬਾल्ट ਦੇ ਵਿੱਚ ਤੁਸੀਂ ਚੈੱਕ ਆਊਟ ਕਰੋ। ਕੋਬਾल्ट ਦੇ ਵਿੱਚ ਚੈੱਕ ਆਊਟ ਕਰਨਾ ਹੈ ਆਪਣੇ ਕੋਲੇ ਕਿ ਕੋਬਾल्ट ਦੇ ਵਿੱਚ ਆਪਣੇ ਕੋਲੇ ਕਿੰਨਾ ਐਟੋਮਿਕ ਨੰਬਰ ਹੁੰਦਾ ਤੁਹਾਨੂੰ ਪਤਾ ਹੈ 27, +3 ऑक्सीडेशन स्टेट है तो -3 और 6 ने तो टोटल कितने हो गए 12। तो इन्हों सॉल्व कर लो 27 -3 +12 कितना बन जाएगा 36। दैट मीनस ये भी थोड़े इफेक्टिव एटॉमिक नंबर ਨੂੰ ਫੋਲੋ ਕਰ ਰਿਹਾ ਹੈ, ਮਤਲਬ ਸਿਡਵਿਕ ਥਿਊਰੀ ਨੂੰ ਫੋਲੋ ਕਰ ਰਿਹਾ ਹੈ। ਨੈਕਸਟ ਆਕਸੀਡੇਸ਼ਨ ਸਟੇਟ ਆਫ ਆਇਰਨ। ਤਾਂ ਦੇਖੋ ਕਾਰਬੋਨਿਲ ਕੀ ਤੁਹਾਡੇ ਕੋਲ ਨਿਊਟਰਲ ਲਿਗੈਂਡ ਹੁੰਦਾ ਹੈ, ਇਹਦੇ ਉੱਪਰ ਕਿਸੇ ਵੀ ਤਰ੍ਹਾਂ ਦਾ ਕੋਈ ਚਾਰਜ ਨਹੀਂ ਹੈ, ਓਵਰਆਲ ਇਹ ਨਿਊਟਰਲ ਹੁੰਦਾ ਹੈ, ਜਿਸ ਕਰਕੇ ਇੱਥੇ ਜੋ ਤੁਹਾਡਾ ਆਇਰਨ ਹੈ ਇਹਦੀ ਆਕਸੀਡੇਸ਼ਨ ਸਟੇਟ ਕਿੰਨੀ ਹੈ 0। ਇਦਾਂ ਦੇ ਕੁਐਸਚਨ ਵੀ ਤੁਹਾਨੂੰ ਪੁੱਛ ਲੈਂਦੇ ਨੇ, ਤੁਹਾਨੂੰ ਪਤਾ ਹੋਣਾ ਚਾਹੀਦਾ। ਕਮੈਂਟ ਬਾਕਸ ਜ਼ਰੂਰ ਦੱਸਿਓ ਇਹਦੀ ਜਿਓਮੈਟਰੀ ਕੀ ਹੋਏਗੀ, ठीक है, ਇਹਦੀ ਹਾਈਬ੍ਰਿਡਾਈਜੇਸ਼ਨ ਕੀ ਆਏਗੀ। ਤੁਹਾਡੇ ਕਮੈਂਟ ਬਾਕਸ ਦੇ ਵਿੱਚ ਤੁਸੀਂ ਜ਼ਰੂਰ ਦੱਸਿਓ ਮੈਨੂੰ ਕਿ ਇਹਦੀ ਜਿਓਮੈਟਰੀ ਦੀ ਹਾਈਬ੍ਰਿਡਾਈਜੇਸ਼ਨ ਕੀ ਆਏਗੀ ਰਾਜੇ, ਤੁਹਾਡੇ ਲਈ क्वेश्चन है। नेक्स्ट है कहते EAN ऑफ क्रोमियम इन दिस कंप्लेक्स। देखो तो क्रोमियम की ऑक्सीडेशन स्टेट इतने कितनी दी हुई है +3। एटॉमिक नंबर क्रोमियम का 24, 3 माइनस हो गया +12 ऐड हो जाएंगे ड्यू टू दी 2 इलैक्ट्रॉन ਜਿਹੜੇ ਤੁਹਾਡੇ ਹਰ ਇੱਕ ਲਿਗੈਂਡ ਜੋ ਅਮੋਨੀਆ ਹੈ ਉਹ ਕੋਆਰਡੀਨੇਟ ਕਰ ਰਿਹਾ ਹੈ ਤੁਹਾਡੇ ਸੈਂਟਰਲ ਮੈਟਲ ਆਇਨ ਨੂੰ। ਤੇ 24 -3 +12 ਇਹਨੂੰ ਸੋਲਵ ਕਰ ਲਓ, ਇਹਦਾ ਆਨਸਰ ਕਿੰਨਾ ਬਣੇਗਾ 33 ਆ ਜਾਏਗਾ। ਸੋ ਆਨਸਰ ਬਣੇਗਾ ਏ ਆਪਸ਼ਨ। ਇਸ ਕੰਪਲੈਕਸ ਦਾ ਵੀ ਤੁਸੀਂ ਦੱਸਣਾ ਹੈ ਕਿ ਇਹਦੀ ਸ਼ੇਪ ਕੀ ਹੋਏਗੀ, ਸ਼ੇਪ ਜਿਓਮੈਟਰੀ, ठीक है, यदि हाइब्रिडाइजेशन की होएगी, ये इनर कंपलैक्स है आउटर कंपलैक्स है ये दसना है। ठीक है, यदि म्यू की वैल्यू कितनी होएगी, अनपेड नंबर ऑफ अनपेड इलैक्ट्रॉन्स कितने होंगे, ये सारा कुछ तुसी ना कमेंट बॉक्स में जरूर दसियो। ਇਹਦੇ ਨਾਲ थोड़ी प्रैक्टिस हो जाएगी कोऑर्डिनेशन कंपलैक्स की, जो थोड़ी VBT है CFT थ्योरी है ਉਹਦੀ ਤੁਹਾਡੇ ਕੋਲ प्रैक्टिस हो जाएगी। ਤੁਹਾਨੂੰ ਧਿਆਨ 'ਚ ਚੀਜ਼ਾਂ ਜਾਂ ਨਹੀਂ ਹੈ ਤਾਂ ਕਮੈਂਟ ਦੇ ਵਿੱਚ ਜ਼ਰੂਰ ਇਹਨੂੰ ਆਨਸਰ ਜ਼ਰੂਰ ਕਰਿਓ, ਚੀਜ਼ਾਂ ਇੰਪੋਰਟੈਂਟ ਨੇ ਜੋ ਚੀਜ਼ਾਂ ਨਾਲ ਦੱਸ ਰਿਹਾ ਹਾਂ। नेक्स्ट क्वेश्चन नंबर 9 कहते which ligand contributes maximum number of electron to the central metal। मोस्टली जिन्ने भी ਤੁਹਾਡੇ ਕੋਲੇ ਲਿਗੈਂਡਸ ਹੁੰਦੇ ਨੇ 2 ਇਲੈਕਟ੍ਰੋਨ ਕੋਆਰਡੀਨੇਟ ਕਰਦੇ ਨੇ। ਦੇਖੋ ਇੱਥੇ ਜੋ ਅਮੋਨੀਆ ਹੈ, ਅਮੋਨੀਆ ਦੇ ਲੋਨ ਪੇਅਰ ਕੋਆਰਡੀਨੇਟ ਹੋ ਰਹੇ ਨੇ ਤਾਂ 2 ਇਲੈਕਟ੍ਰੋਨ, ਵਾਟਰ ਦਾ ਇੱਕ ਟਾਈਮ ਤੇ ਇੱਕ ਲੋਨ ਪੇਅਰ ਕੋਆਰਡੀਨੇਟ ਹੁੰਦਾ ਤਾਂ 2 ਇਲੈਕਟ੍ਰੋਨ। ਕਾਰਬੋਨਿਲ ਗਰੁੱਪ ਦੇਖੋ ਇਦਾਂ ਹੁੰਦਾ ਹੈ, ਕਾਰਬੋਨਿਲ ਗਰੁੱਪ ਥੋੜਾ ਇਦਾਂ ਹੁੰਦਾ ਹੈ, ਤਾਂ ਇਹਦੇ ਵਿੱਚ ਜਿਹੜੇ ਇਲੈਕਟ੍ਰੋਨ ਡੋਨੇਟ ਹੁੰਦੇ ਨੇ ਕਾਰਬਨ ਤੋਂ ਹੋ ਰਹੇ ਨੇ ਤਾਂ 2 ਇਲੈਕਟ੍ਰੋਨ ਕੋਆਰਡੀਨੇਟ ਹੋ ਰਹੇ ਨੇ। ਇੱਥੇ ਦੇਖੋ ਜਿਹੜਾ ਆਇਆ ਹੈ ਈਟਾ 5, ਇਹਦਾ ਮਤਲਬ ਕੀ ਹੈ ਕਿ ਤੁਹਾਡੇ ਕੋਲੇ 5 ਕਾਰਬਨ ਨੇ ਰਿੰਗ ਦੇ ਵਿੱਚ, 5 ਕਾਰਬਨ ਇੱਕੋ ਟਾਈਮ ਤੇ, ਕਿਉਂਕਿ ਦੇਖੋ ਇਹ ਰੈਜ਼ੋਨੈਂਸ ਪਾਰਟਿਸਿਪੇਟ ਕਰ ਰਹੇ ਨੇ ਤਾਂ ਟੋਟਲ 6 ਇਲੈਕਟ੍ਰੋਨ ਤੁਹਾਡੇ ਰੈਜ਼ੋਨੈਂਸ ਵਿੱਚ ਘੁੰਮ ਰਹੇ ਨੇ, ਤਾਂ ਜਿਸ ਕਰਕੇ ਇਹ ਐਰੋਮੈਟਿਕ ਸਟਰਕਚਰ ਹੈ ਇੱਕ, ਹੈ ਨਾ। ਤਾਂ ਆਪਾਂ ਇਸ ਸਟਰਕਚਰ ਨੂੰ ਇਦਾਂ ਡਿਨੋਟ ਕਰ ਸਕਦੇ ਹਾਂ। ਤਾਂ ਜਦੋਂ ਇਹ ਕੋਆਰਡੀਨੇਟ ਕਰਦਾ ਹੈ ਨਾ ਤਾਂ ਆਪਣੇ ਸਾਰੇ, ਕਿਉਂਕਿ ਕੀ ਕਰ ਰਿਹਾ ਹੈ ਇੱਕ ਰੈਜ਼ੋਨੈਂਸ ਦੇ ਵਿੱਚ ਸਟਰਕਚਰ, ਐਰੋਮੈਟਿਸਿਟੀ ਦੇ ਵਿੱਚ ਸਟਰਕਚਰ ਹੈ, ਤੇ ਇਹਦੇ 5 ਦੇ 5 ਕਾਰਬਨ ਐਟਮਸ ਹੀ ਮੈਟਲ ਨੂੰ ਕੀ ਕਰ ਰਹੇ ਕੋਆਰਡੀਨੇਟ ਕਰ ਰਹੇ ਨੇ। ਤਾਂ ਟੋਟਲ ਕਿੰਨੇ ਇਲੈਕਟ੍ਰੋਨ ਕੋਆਰਡੀਨੇਟ ਹੋ ਰਹੇ ਨੇ ਇੱਥੇ 6 ਇਲੈਕਟ੍ਰੋਨ ਕੋਆਰਡੀਨੇਟ ਹੋ ਰਹੇ ਨੇ, ਇੱਕ नेगेटिव चार्ज करके ने 2 इलेक्ट्रॉन और 4 इलेक्ट्रॉन थोड़े पाई बॉन्ड्स करके ने। तो ये वाला सिस्टम जो है थोड़े 6 इलेक्ट्रॉन नु कोऑर्डिनेट कर रहा है। तो इस क्वेश्चन का आंसर की बनेगा थोड़ा डी ऑप्शन। ये थोड़े लिए नवा हो सकता है, ध्यान रखियो। नेक्स्ट है कहते EAN रूल ऑफ, कलर चेंज कर लिए पेन का, हाँ
En of iron this ਆਪਾਂ ਇਹਨੂੰ ਕੈਲਕੂਲੇਟ ਕਰਨਾ ਹੈ is equal to the atomic number of what, ਤਾਂ ਇਹਨੂੰ ਕੈਲਕੂਲੇਟ ਕਰ ਲਓ। ਆਇਰਨ ਦੀ ਆਕਸੀਡੇਸ਼ਨ ਸਟੇਟ 0 ਹੈ ਤਾਂ 26। ਕੋਬਾल्ट ਤੁਹਾਨੂੰ ਪਤਾ ਹੈ ਕਿੰਨੇ ਕੋਆਰਡੀਨੇਟ ਕਰਦਾ ਹੈ 2, ਤਾਂ 5 ਕਿੰਨੇ ਕੋਆਰਡੀਨੇਟ ਕਰਨਗੇ 10, ਤਾਂ ਕਿੰਨਾ ਹੋ ਗਿਆ ਟੋਟਲ 36। 36 ਮਤਲਬ that is the atomic number of krypton। ਤਾਂ ਤੇ ਕੁਐਸਚਨ ਦਾ ਆਨਸਰ ਕਿੰਨਾ ਬਣੇਗਾ ਤੁਹਾਡੇ ਕੋਲੇ ਬੀ ਆਪਸ਼ਨ ਆਏਗਾ। ਕਿੰਨਾ ਆਨਸਰ ਆਏਗਾ ਤੁਹਾਡੇ ਕੋਲੇ ਬੀ ਆਪਸ਼ਨ ਆਏਗਾ। ਤੇ ਇਹਨੂੰ ਆਪਾਂ ਨੂੰ ਪਤਾ ਹੋਣਾ ਚਾਹੀਦਾ ਹੈ, ਬਹੁਤ ਹੀ ਇੰਪੋਰਟੈਂਟ ਹੈ। that is 26 plus 10 is equals to 36। okay, next, which of the complex doesn't obey the En rule। तो कैलकुलेट कर लेने, देखो निकल दे 28 और कोबाल्ट 4 ने तो 8 कंट्रीब्यूट करनगे तो 36 ਇੱਥੇ ਤਾਂ ਓਬੇ ਹੋ ਰਿਹਾ ਹੈ। आयरन दे 26 और 10 इलेक्ट्रॉन थोड़ा कार्बोनिल ग्रुप करेगा तो टोटल फिर अगेन 36। कोबाल्ट दैट इज 27, ऑक्सीडेशन स्टेट आई थिंक 3 है और 3 साइनाइड 6 साइनाइड ने मतलब किन्ने कोऑर्डिनेट करनगे 12। तो ਤੁਸੀਂ ਇਹਨੂੰ ਵੀ ਸੋਲਵ ਕਰ ਲਓ, ਅਗੇਨ ਕਿੰਨਾ ਬਣੇਗਾ ਤੁਹਾਡੇ ਕੋਲੇ 36। ਔਰ ਜੇ ਇੱਕ ਕਾਪਰ ਦਾ ਕੰਪਲੈਕਸ ਹੈ, ਕਾਪਰ ਦਾ ਕੰਪਲੈਕਸ ਬੜਾ ਯੂਨੀਕ ਹੁੰਦਾ है ना, ਇਹਦੇ ਬਾਰੇ ਮੈਂ ਤੁਹਾਨੂੰ ਦੱਸਦਾ ਹਾਂ। ਤੇ ਇਹਦੇ ਵਿੱਚ ਕਿੰਨੇ ਬਣਨਗੇ, ਦੇਖੋ 29 - 2 + 8, ਤਾਂ ਤੁਸੀਂ ਇਹਨੂੰ ਕੈਲਕੂਲੇਟ ਕਰੋਗੇ ਕਿੰਨਾ ਬਣੇਗਾ 35। ਤਾਂ ਇਹ ਓਬੇ ਨਹੀਂ ਕਰ ਰਿਹਾ ਈਐਨ ਰੂਲ ਨੂੰ, ਤਾਂ ਇਹਦਾ ਆਨਸਰ ਬਣੇਗਾ ਡੀ ਆਪਸ਼ਨ। ਹੁਣ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਵੀ ਇਹਦੀ ਜਿਓਮੈਟਰੀ, ਸ਼ੇਪ, ਨੰਬਰ ਆਫ ਅਨਪੇਅਰਡ ਇਲੈਕਟ੍ਰੋਨ ਆ ਸਾਰਾ ਕੁਝ ਇਹਦੇ ਬਾਰੇ ਦੱਸਣਾ ਹੈ ਕਿ ਇਹਦੀ ਸ਼ੇਪ, ਜਿਓਮੈਟਰੀ, ਅਨਪੇਅਰਡ ਇਲੈਕਟ੍ਰੋਨਸ ਕਿੰਨੇ ਹੋਣਗੇ। ਇਹ ਜ਼ਰੂਰ ਡੈਫੀਨਿਟਲੀ ਦੱਸਿਓ ਰਾਜੇ, ਇਹ ਬਹੁਤ ਹੀ ਇੰਪੋਰਟੈਂਟ ਕੰਪਲੈਕਸ ਹੈ ਔਰ ਇਹਦਾ ਜਿਹੜਾ ਕਲਰ ਹੁੰਦਾ ਹੈ ਇਹ ਵੀ ਬੜਾ ਇੰਪੋਰਟੈਂਟ ਹੁੰਦਾ ਹੈ, पेपर च पूछा जा सकता है, थोड़ा आइडिया जरूर होना चाहिए है। नेक्स्ट, En ऑफ मैंगनीज इन दिस कम्प्लेक्स, देखो मैंगनीज जो है ऑक्सीडेशन स्टेट कितनी देती हुई है +1। मैंगनीज एटॉमिक नंबर 25 - 1 + 12, तो इन्हें सॉल्व कर लो कितना बनेगा 36। नेक्स्ट कहते ईच सीओ लिगेंड दस्या हुणे हुणे दस्या कि एक सीओ लिगेंड कितने इलेक्ट्रॉन कोऑर्डिनेट करता है, डोनेट करता है थोड़े 2 इलेक्ट्रॉन करता है। क्वेश्चन नंबर 14 कहते द En ऑफ द मेटल दिस, देखो थे हुण कोबाल्ट एंड दैट इज 27, ऑक्सीडेशन स्टेट कितनी है थी देखो +3 आएगी। +3 अगर जिन्होंने नहीं पता कि हाउ टू सॉल्व इट है ना, मैं दस दिना हाँ। तो देखो कोबाल्ट जिस चीज फाइंड आउट करनी है एक्स मान लो। साइनाइड ऊपर चार्ज कितना होता है -1, Cn नेगेटिव, तो 6 ਦੇ ਉੱਪਰ ਚਾਰਜ ਕਿੰਨਾ ਹੋਗਾ -6, ओवरऑल ਚਾਰਜ ਕਿੰਨਾ ਦਿੱਤਾ ਹੈ -3। ਤਾਂ ਇਹਨੂੰ ਸੋਲਵ ਕਰੋਗੇ ਤਾਂ ਤੁਹਾਡੇ ਕੋਲੇ ਜੋ ਸੈਂਟਰਲ ਮੈਟਲ ਆਇਨ ਹੈ ਉਹਦੇ ਕੋਲ ਆਕਸੀਡੇਸ਼ਨ ਸਟੇਟ ਕਿੰਨੀ ਆ ਜਾਏਗੀ +3। ਨੈਕਸਟ ਕਹਿੰਦੇ ਕਿਹਦਾ ਕੰਪਲੈਕਸ ਦਾ ਜੋ En ਇਕੁਅਲ ਹੈ ਕ੍ਰਿਪਟਨ 36 ਦੇ ਇਕੁਅਲ ਹੈ, ਸੋਲਵ ਕਰ ਲਓ। ਦੇਖੋ ਨਿਕਲ 28 + 8 दैट इज 36, ਆਹੀ ਆਪਸ਼ਨ ਆ ਗਿਆ। ਬਾਕੀ ਵੀ ਚੈੱਕ ਕਰ ਲੈਣੇ ਆ। ਟਾਈਟੇਨੀਅਮ ਦੇ 22 ਹੁੰਦੇ ਨੇ, ਮਾਈਨਸ ਆਕਸੀਡੇਸ਼ਨ ਸਟੇਟ +2 ਹੈ, +8 ਤੁਹਾਡੇ ਲਿਗੈਂਡਸ ਕਰਕੇ ਆ ਜਾਣਗੇ। ਤਾਂ ਇਹਨੂੰ ਜਦੋਂ ਸੋਲਵ ਕਰੋਗੇ ਤਾਂ ਕਿੰਨਾ ਬਣੂਗਾ 28, ਕਿੰਨਾ ਬਣੇਗਾ 28। ਨੈਕਸਟ, ਕੋਪਰ ਕੰਪਲੈਕਸ ਤਾਂ ਆਪਾਂ ਹੁਣੇ ਕੈਲਕੂਲੇਟ ਕਿੰਨਾ ਸੀ 35 ਹੈ ਔਰ ਜ਼ਿੰਕ ਵਾਲਾ कैलकुलेट कर लो, जिंक ਦੇ ਵਿੱਚ 30 ਨੇ, 2 ਆਕਸੀਡੇਸ਼ਨ ਸਟੇਟ ਹੈ ਔਰ 12 ਤੁਹਾਡੇ ਐਡ ਆਨ ਹੋ ਜਾਣਗੇ ਤਾਂ ਕਿੰਨੇ ਬਣ ਜਾਣਗੇ 40। ਤਾਂ ਇਹਨਾਂ ਵਿੱਚੋਂ ਕੋਈ ਵੀ ਫੋਲੋ ਨਹੀਂ ਕਰ ਰਿਹਾ ਸਿਵਾਏ ਏ ਆਪਸ਼ਨ ਦੇ, ਕਿਉਂਕਿ ਇਹਦੇ ਵਿੱਚ ਹੀ ਹੈ ਤੁਹਾਡਾ ਨੋਬਲ ਗੈਸ ਕਨਫੀਗਰੇਸ਼ਨ ਨੂੰ ਅਚੀਵ ਕਰ ਰਿਹਾ ਹੈ। ਇਸੇ ਦੇ ਨਾਲ ਤੁਹਾਡਾ ਜੋ ਈਐਨ ਦੇ ਕੁਐਸਚਨ ਪ੍ਰੈਕਟਿਸ ਹੈ ਉਹ ਖਤਮ ਹੈ ਨਾ। ਇਹਦਾ ਸੋਲੂਸ਼ਨ ਵੀਡੀਓ ਦੇ ਜਿਹੜੇ ਨੋਟਸ ਨੇ ਤੁਹਾਨੂੰ ਮੇਰੇ ਟੈਲੀਗ੍ਰਾਮ ਚੈਨਲ दैट इज जिंदल केमिस्ट्री क्लासेस ਦੇ ਵਿੱਚ ਮਿਲ ਜਾਣਗੇ। ਜੋ ਵੀ ਬੱਚੇ ਹਜੇ ਤੱਕ ਟੈਲੀਗ੍ਰਾਮ ਚੈਨਲ 'ਚ ਨਹੀਂ ਜੁੜੇ ਉਹ ਜੁਆਇਨ ਜ਼ਰੂਰ ਕਰ ਲਓ, ਕਿਉਂਕਿ ਉੱਥੇ ਹੀ ਮੈਂ ਆਪਣੇ ਲੈਕਚਰਸ ਕਹਿ ਲਓ, ਆਪਣੇ ਕੁਐਸਚਨ ਪ੍ਰੈਕਟਿਸ ਉੱਥੇ ਹੀ ਟੈਲੀਗ੍ਰਾਮ ਚੈਨਲ ਦੇ ਵਿੱਚ ਤੁਹਾਨੂੰ ਮਿਲਦੇ ਰਹਿੰਦੇ ਨੇ। ਠੀਕ ਹੈ, YouTube ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤੇ ਬੈਲ ਆਈਕਨ ਨੂੰ ਪ੍ਰੈਸ ਜ਼ਰੂਰ ਕਰ ਲਿਓ ਸੋ ਦੈਟ ਜਦੋਂ ਵੀ ਨਵੀਂ ਵੀਡੀਓ ਅਪਲੋਡ ਹੋਵੇ ਤਾਂ ਤੁਹਾਡੇ ਕੋਲ ਉਸਦੀ ਨੋਟੀਫਿਕੇਸ਼ਨ ਆ ਜੇ। ਕੰਟੈਂਟ ਅੱਛਾ ਲੱਗਦਾ ਹੈ ਤਾਂ ਡੈਫੀਨੇਟਲੀ ਆਪਣੇ ਫਰੈਂਡ ਸਰਕਲ ਦੇ ਵਿੱਚ ਸ਼ੇਅਰ ਜ਼ਰੂਰ ਕਰਿਆ ਕਰੋ। ਔਰ ਜੋ ਵੀ ਬੱਚੇ ਪ੍ਰੋਪਰ ਮਾਸਟਰ ਕੈਡੇਟ ਤੇ ਲੈਕਚਰਰ ਕੈਡੇਟ ਦੀ ਤਿਆਰੀ ਕਰ ਰਹੇ ਨੇ, ਆਪਣਾ ਸੁਪਨਾ ਸਾਕਾਰ ਕਰਨ ਦੀ ਕੋਸ਼ਿਸ਼ ਕਰ ਰਹੇ, ਇੱਛਾ ਕਰ ਰਹੇ ਨੇ, ਤਾਂ ਉਹ ਮੇਰੇ ਨਾਲ ਜੁੜ ਕੇ ਬੇਟਾ ਆਪਣਾ ਪੇਡ ਬੈਚ ਲੈ ਕੇ ਆਪਣੀ ਪ੍ਰੈਕਟਿਸ ਨਾਲ ਕਰ ਸਕਦੇ ਨੇ। ਥੈਂਕ ਯੂ ਫॉर ਵਾਚਿੰਗ ਦਿਸ ਵੀਡੀਓ। ਸਟੇ ਬlesed, stay tuned, happy learning।